ਪ੍ਰਾਈਮ ਇਤਾਲੀਆ ਚੈਨਲ 'ਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼ ਲੈ ਕੇ। ਇਸ ਤੋਂ ਪਹਿਲਾਂ ਕਿ ਆਪਾਂ ਵੀਡੀਓ ਸ਼ੁਰੂ ਕਰੀਏ, ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਅਤੇ ਜਿਨ੍ਹਾਂ ਨੇ ਚੈਨਲ ਨੂੰ ਆਲਰੇਡੀ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ। ਅਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼ ਆ ਰਹੀ ਹੈ ਅਮਰੀਕਾ ਤੋਂ। US ਫੂਡ ਡਰੱਗ ਐਂਡ ਐਡਮਿਨਿਸਟ੍ਰੇਸ਼ਨ ਐਸੋਸੀਏਸ਼ਨ ਨੇ ਹੁਣ ਬਾਲਗਾਂ ਵਿੱਚ ਯਾਨੀ ਕਿ ਅਡਲਟਸ ਦੇ ਵਿੱਚ ਐਮਰਜੈਂਸੀ ਵਰਤੋਂ ਲਈ ਨੋਵਾਵੈਕਸ ਦੇ ਕੋਵਿਡ-19 ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਹਨਾਂ ਨੇ ਦੱਸਿਆ ਹੈ ਕਿ ਇਹ US ਵਿੱਚ ਉਪਲਬਧ ਚੌਥੀ ਜਿਹੜੀ ਕਰੋਨਾ ਵਾਇਰਸ ਵੈਕਸੀਨ ਹੈ ਅਤੇ ਇਸ ਤੋਂ ਪਹਿਲਾਂ ਵੀ ਇਸ ਤੋਂ ਉਪਲਬਧ ਜਿਹੜੇ ਟੀਕੇ ਸੀਗੇ ਉਹਨਾਂ ਨਾਲੋਂ ਵੱਖਰੀ ਕਿਸਮ ਦੀ ਵੈਕਸੀਨ ਦੀ ਟੈਕਨੋਲੋਜੀ ਦਾ ਇਸ ਵਿੱਚ ਵਰਤੋਂ ਕੀਤੀ ਗਈ ਹੈ। ਨੋਵਾਵੈਕਸ ਦਾ ਇੰਜੈਕਸ਼ਨ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੇ ਲਈ 2 ਡੋਜ਼ ਪ੍ਰਾਇਮਰੀ ਸੀਰੀਜ਼ ਦੇ ਵਿੱਚ ਉਪਲਬਧ ਹੋਵੇਗਾ। ਇਸ ਦੀ ਵਰਤੋਂ 170 ਹੋਰ ਦੇਸ਼ਾਂ ਦੇ ਵਿੱਚ ਵੀ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਸਪੇਨ ਤੋਂ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟ੍ਰੇਨ ਜਿਹੜੀ ਹੈਗੀਆਂ ਇੱਕ ਦੇਸ਼ ਨੂੰ ਦੂਸਰੇ ਦੇਸ਼ ਨਾਲ ਜੋੜਦੀ ਹੈ, ਸਗੋਂ ਜਿਹੜੇ ਪੈਸੰਜਰਸ ਹੈਗੇ ਆ ਉਹਨਾਂ ਨੂੰ ਬਾਰਡਰ ਪਾਰ ਵੀ ਲਿਜਾਂਦੀਆਂ ਹਨ ਅਤੇ ਬਹੁਤ ਸਾਰੇ ਲੋਕ ਰੇਲ ਗੱਡੀਆਂ ਦੇ ਵਿੱਚ ਸਫ਼ਰ ਕਰਦੇ ਹਨ। ਅਤੇ ਇਸੇ ਤਰ੍ਹਾਂ ਜਦੋਂ ਵੀ ਰੇਲਵੇ ਦੇ ਵਿੱਚ ਟਿਕਟ ਦਾ ਕਿਰਾਇਆ ਵੱਧਦਾ ਹੈ ਤਾਂ ਲੋਕਾਂ ਦੇ ਵਿੱਚ ਗੁੱਸਾ ਵੀ ਵੱਧਦਾ ਹੈ। ਅਤੇ ਇਸੇ ਤਰ੍ਹਾਂ ਹੀ ਇੱਕ ਅਜਿਹਾ ਦੇਸ਼ ਹੈ ਜਿੱਥੇ ਕਿ ਸਰਕਾਰ ਨੇ ਰੇਲ ਯਾਤਰਾ ਬਿਲਕੁਲ ਮੁਫਤ ਕਰ ਦਿੱਤੀ ਹੈ ਅਤੇ ਇਹ ਜਿਹੜਾ ਦੇਸ਼ ਹੈਗਾ ਉਹ ਯੂਰਪ ਦੇ ਵਿੱਚ ਸਪੇਨ ਦੇ ਵਿੱਚ ਹੈ, ਜਿੱਥੇ ਸਤੰਬਰ ਤੋਂ ਸਰਕਾਰੀ ਕੰਪਨੀ ਰੇਨਫੇ ਦੁਆਰਾ ਜਿੰਨੀਆਂ ਵੀ ਚਲਾਈਆਂ ਗਈਆਂ ਟ੍ਰੇਨਾਂ ਹੈਗਾ ਉਹਨਾਂ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਹੁਣ ਕੋਈ ਕਿਰਾਇਆ ਨਹੀਂ ਦੇਣਾ ਪਵੇਗਾ। ਅਤੇ ਇਸ ਨਾਲ ਆਪਾਂ ਦੱਸਦੀਏ ਕਿ ਇਸ ਤੋਂ ਪਹਿਲਾਂ ਵੀ ਸਰਕਾਰ ਦੁਆਰਾ ਜਿਹੜਾ ਕਿਰਾਇਆ ਹੈ ਉਸ ਨੂੰ ਅੱਧਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਮਲਟੀ ਜਰਨੀ ਟਿਕਟ ਘੱਟੋ ਘੱਟ 10 ਵਾਪਸੀ ਦੀਆਂ ਯਾਤਰਾਵਾਂ ਨੂੰ ਕਵਰ ਕਰੇਗੀ। ਅਤੇ ਸਪੇਨ ਦੇ ਟਰਾਂਸਪੋਰਟ ਮੰਤਰੀ ਨੇ ਦੱਸਿਆ ਹੈ, ਇੱਕ ਬਿਆਨ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਉਹ ਇਹ ਉਪਰਾਲਾ ਕਰਨ ਜਾ ਰਹੇ ਹਨ ਇਸ ਦੇ ਨਾਲ ਊਰਜਾ ਅਤੇ ਜਿਹੜੀ ਫਿਊਲ ਦੀ ਕੀਮਤਾਂ ਦੇ ਵਿੱਚ ਲਗਾਤਾਰ ਵਾਧੇ ਦੇ ਵਿਚਕਾਰ ਲੋਕਾਂ ਦੇ ਲਈ ਪਬਲਿਕ ਟਰਾਂਸਪੋਰਟ ਦੀ ਵੱਧ ਤੋਂ ਵੱਧ ਵਰਤੋਂ ਕਰਨ ਨੂੰ ਉਤਸ਼ਾਹਿਤ ਕਰੇਗਾ। ਅਤੇ ਰੇਨਫੇ ਸਕੀਮ ਦੇ ਐਲਾਨ ਤੋਂ ਪਹਿਲਾਂ ਵੀ ਸਪੇਨ ਦੀ ਸਰਕਾਰ ਨੇ ਪਬਲਿਕ ਟਰਾਂਸਪੋਰਟ ਦੇ ਕਿਰਾਏ ਦੇ ਵਿੱਚ 50% ਕਟੌਤੀ ਦਾ ਐਲਾਨ ਕੀਤਾ ਸੀ। ਇਸ ਤਰ੍ਹਾਂ ਹੁਣ ਯੂਰਪ ਦੇ ਵਿੱਚ ਸਪੇਨ ਇੱਕ ਅਜਿਹਾ ਦੇਸ਼ ਬਣ ਚੁੱਕਾ ਹੈ ਜਿੱਥੇ ਕਿ ਰੇਲ ਯਾਤਰਾ ਹੁਣ ਫ੍ਰੀ ਕਰੇਗੀ। ਜਿਹੜੀ ਕਿ ਪਬਲਿਕ ਉੱਥੇ ਦਾ ਟਰਾਂਸਪੋਰਟ ਹੋਵੇਗਾ ਉਸ ਦੇ ਵਿੱਚ ਰੇਲ ਯਾਤਰਾ ਹੁਣ ਫ੍ਰੀ ਕਰਨ ਦਾ ਮੌਕਾ ਲੋਕਾਂ ਨੂੰ ਮਿਲ ਸਕੇਗਾ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕੈਨੇਡਾ ਤੋਂ। ਕੈਨੇਡਾ ਦੇ ਵਿੱਚ ਹੁਣ ਤੱਕ 477 ਮਾਮਲੇ ਮੰਕੀ ਪੌਕਸ ਦੇ ਨਾਲ ਰਿਲੇਟਿਡ ਪਾਏ ਗਏ ਹਨ। ਦੱਸਿਆ ਜਾ ਰਿਹਾ ਕਿ 284 ਓਨਟਾਰੀਓ ਦੇ ਵਿੱਚ, 156 ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਤੇ 29 ਜਿਹੜੇ ਕੇਸ ਹੈਗੇ ਆ ਅਲਬਰਟਾ ਅਤੇ 8 ਮਾਮਲੇ ਹੋਰ ਸ਼ਾਮਲ ਹਨ। ਯਾਨੀ ਕਿ ਟੋਟਲ 477 ਮਾਮਲੇ ਮੰਕੀ ਪੌਕਸ ਦੇ ਨਾਲ ਰਿਲੇਟਿਡ ਵਾਇਰਸ ਦੇ ਨਾਲ ਪਾਏ ਜਾ ਚੁੱਕੇ ਹਨ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਇੰਡੀਆ ਤੋਂ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਜਲਦ ਹੀ ਹੁਣ 3 ਇੰਟਰਨੈਸ਼ਨਲ ਫਲਾਈਟਸ ਸ਼ਹਿਰ ਵਾਸੀਆਂ ਨੂੰ ਮਿਲਣ ਦੀ ਉਮੀਦ ਹੈ। ਜਾਣਕਾਰੀ ਦੇ ਅਨੁਸਾਰ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਕੈਨੇਡਾ ਦੇ ਟੋਰਾਂਟੋ ਦੀ ਫਲਾਈਟ ਸਤੰਬਰ ਦੇ ਆਖਰੀ ਹਫ਼ਤੇ ਤੋਂ ਅਤੇ ਲੰਡਨ ਦੀ ਫਲਾਈਟ ਨਵੰਬਰ ਮਹੀਨੇ ਦੇ ਵਿੱਚ ਸ਼ੁਰੂ ਹੋ ਜਾਵੇਗੀ। ਅਤੇ ਇਸ ਦੇ ਨਾਲ ਸੰਬੰਧਿਤ ਅਧਿਕਾਰੀਆਂ ਨੇ ਦੱਸਿਆ ਹੈ ਕਿ ਤਿੰਨੋਂ ਹੀ ਇੰਟਰਨੈਸ਼ਨਲ ਫਲਾਈਟਸ ਦੇ ਸੰਚਾਲਨ ਸੰਬੰਧੀ ਅਥਾਰਟੀ ਵੱਲੋਂ ਤਿਆਰੀਆਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ ਅਤੇ ਉਮੀਦ ਹੈ ਕਿ ਦੋਵੇਂ ਹੀ ਇੰਟਰਨੈਸ਼ਨਲ ਫਲਾਈਟਸ 2 ਮਹੀਨਿਆਂ ਦੇ ਅੰਦਰ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਲੰਡਨ ਦੀ ਫਲਾਈਟ ਦੀ ਜਿਹੜੀ ਸੰਬੰਧੀ ਕਾਗਜ਼ੀ ਕਾਰਵਾਈ ਚੱਲ ਰਹੀ ਹੈ, ਜਿਸ ਤੋਂ ਬਾਅਦ ਇਹ ਨਵੰਬਰ ਦੇ ਵਿੱਚ ਸ਼ੁਰੂ ਹੋ ਜਾਵੇਗੀ। ਇਸ ਤਰ੍ਹਾਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਚੱਲਣ ਵਾਲੀਆਂ ਇੰਟਰਨੈਸ਼ਨਲ ਫਲਾਈਟ ਦੀ ਗਿਣਤੀ ਵਿੱਚ ਵਾਧਾ ਹੋਵੇਗਾ। ਕਿ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਫਲਾਈਟ ਸੰਚਾਲਨ ਸੰਬੰਧੀ ਵਿਦੇਸ਼ੀ ਏਅਰਲਾਈਨਸ ਦੇ ਏਅਰਪੋਰਟ ਦਾ ਦੌਰਾ ਵੀ ਕਰ ਲਿੱਤਾ ਹੈ। ਅਤੇ ਜਾਣਕਾਰੀ ਮੁਤਾਬਕ ਏਅਰਲਾਈਨਸ ਨੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਸਫ਼ਰ ਕਰਨ ਵਾਲੇ ਯਾਤਰੀਆਂ ਦਾ ਯਾਤਰੀ ਗ੍ਰਾਫ ਵੀ ਚੈੱਕ ਕੀਤਾ ਹੈ ਅਤੇ ਇਹਨਾਂ ਪੁਆਇੰਟਸ ਨੂੰ ਜਾਂਚਣ ਤੋਂ ਬਾਅਦ ਹੀ ਚੰਡੀਗੜ੍ਹ ਤੋਂ ਇੰਟਰਨੈਸ਼ਨਲ ਫਲਾਈਟ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤਰ੍ਹਾਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਟੋਰਾਂਟੋ ਅਤੇ ਲੰਡਨ ਦੀਆਂ ਫਲਾਈਟਾਂ ਦੇ ਸੰਚਾਲਨ ਸੰਬੰਧੀ ਲਗਭਗ ਸਾਰੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਉਮੀਦ ਹੈ ਕਿ ਫਲਾਈਟਾਂ ਜਲਦ ਹੀ ਸ਼ੁਰੂ ਹੋ ਜਾਣਗੀਆਂ, ਪਰ ਇਹਨਾਂ ਫਲਾਈਟਾਂ ਦੇ ਸੰਚਾਲਨ ਦੀ ਡੇਟ ਅਤੇ ਟਾਈਮ ਟੇਬਲ ਜਲਦ ਹੀ ਦੱਸ ਦਿੱਤਾ ਜਾਵੇਗਾ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਯੂਰੋ ਦਾ ਰੇਟ ਘਟ ਰਿਹਾ ਹੈ ਅਤੇ ਯੂਰੋਪੀਅਨ ਯੂਨੀਅਨ ਦੀ ਕਰੰਸੀ ਯੂਰੋ ਦੀ ਕੀਮਤ ਇਸ ਸਾਲ ਲਗਭਗ 17% ਡਿੱਗ ਪਈ ਹੈ ਅਤੇ ਇਸ ਦੀ ਐਕਸਚੇਂਜ ਦਰ ਵੀ 20% ਸਾਲਾਂ ਦੇ ਵਿੱਚ ਪਹਿਲੀ ਵਾਰ ਅਮਰੀਕੀ ਡਾਲਰ ਦੇ ਬਰਾਬਰ ਪਹੁੰਚ ਗਈ ਹੈ। ਦੋਨੋਂ ਕਰੰਸੀਜ਼ ਦੇ ਵਿੱਚ ਜਿਹੜਾ ਅੰਤਰ ਹੈਗਾ ਆ 1 ਸੈਂਟ ਤੋਂ ਵੀ ਘੱਟ ਦਾ ਰਹਿ ਗਿਆ ਹੈ। ਯੂਰੋ ਦੀ ਕੀਮਤ ਲਗਭਗ 1.004 ਡਾਲਰ ਤੱਕ ਪਹੁੰਚ ਚੁੱਕੀ ਹੈ ਅਤੇ ਰੂਸ ਯੂਕਰੇਨ ਯੁੱਧ ਅਤੇ ਮਹਿੰਗਾਈ ਦੇ ਕਾਰਨ ਊਰਜਾ ਸਪਲਾਈ ਬਾਰੇ ਜਿਹੜੀ ਅਨਿਸ਼ਚਿਤਤਾ ਹੈਗੀ ਆ ਉਸ ਦੇ ਕਰਕੇ ਯੂਰਪ ਦੇ ਵਿੱਚ ਮੰਦੀ ਦਾ ਡਰ ਕਾਫੀ ਤੇਜ਼ ਹੋ ਗਿਆ ਹੈ। ਇਸ ਤਰ੍ਹਾਂ ਊਰਜਾ ਸੰਕਟ ਦੇ ਨਾਲ ਨਾਲ ਯੂਰੋਪੀ ਆਰਥਿਕ ਮੰਦੀ ਦੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ
ਤੇ ਯੂਰੋਪੀਅਨ ਕੇਂਦਰੀ ਬੈਂਕ ਨੇ ਮਹਿੰਗਾਈ ਤੇ ਲਗਾਮ ਪਾਉਣ ਦੇ ਲਈ ਇਸ ਮਹੀਨੇ ਵਿਆਜ ਦੀ ਦਰਾਂ ਦੇ ਵਿੱਚ ਵੀ ਦਰਾਂ ਵਧਾਉਣ ਦਾ ਵੀ ਸੰਕੇਤ ਦਿੱਤਾ ਹੈ। 2011 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਯੂਰਪ ਦਾ ਕੇਂਦਰੀ ਬੈਂਕ ਜਿਹੜੇ ਸੈਂਟਰਲ ਬੈਂਕ ਹੈਗੀ ਆ ਉਸਨੇ ਵਿਆਜ ਦਰਾਂ ਦੇ ਵਿੱਚ ਵਾਧਾ ਕਰਨ ਜਾ ਰਿਹਾ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਸ਼੍ਰੀਲੰਕਾ ਤੋਂ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸ਼੍ਰੀਲੰਕਾ ਵੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਤੇ ਇਸ ਦੇ ਦੌਰਾਨ ਸ਼੍ਰੀਲੰਕਾ ਦੇ ਵਿੱਚ ਡਾਕਟਰ ਲੋਕਾਂ ਨੂੰ ਸਲਾਹ ਦੇ ਰਹੇ ਹਨ ਕਿ ਉਹ ਦੇਸ਼ ਦੇ ਵਿੱਚ ਆਰਥਿਕ ਸੰਕਟ ਕਰਕੇ ਦਵਾਈਆਂ ਤੇ ਇਸ ਦੇ ਨਾਲ ਹੋਰ ਸੰਬੰਧਿਤ ਸਪਲਾਈ ਜਿਹੜੀ ਹੈਗੀ ਹੈ ਇਸ ਦੀ ਕਮੀ ਆ ਰਹੀ ਹੈ ਉਹਨਾਂ ਨੂੰ, ਇਸ ਲਈ ਉਹ ਬਿਮਾਰ ਹੋਣ ਤੋਂ ਬਚਣ ਦੇ ਹਾਦਸਿਆਂ ਦਾ ਸ਼ਿਕਾਰ ਨਾ ਹੋਣ। ਤੇ ਉਹਨਾਂ ਨੇ ਦੱਸਿਆ ਹੈ ਕਿ ਹੁਣ ਇਸ ਸ਼੍ਰੀਲੰਕਾ ਕੋਲ ਤੇਲ ਅਤੇ ਅਨਾਜ ਵਰਗੀਆਂ ਜਿਹੜੀਆਂ ਬੇਸਿਕ ਚੀਜ਼ਾਂ ਦੀ ਆਯਾਤ ਕਰਨ ਦੇ ਲਈ ਪੈਸੇ ਦੀ ਕਮੀ ਹੈ ਤੇ ਦਵਾਈਆਂ ਵੀ ਖਤਮ ਹੋ ਰਹੀਆਂ ਹਨ ਤੇ ਕੁਝ ਡਾਕਟਰਾਂ ਨੇ ਸਪਲਾਈ ਲਈ ਦਾਨ ਜਾਂ ਇਹਨਾਂ ਚੀਜ਼ਾਂ ਨੂੰ ਖਰੀਦਣ ਲਈ ਪੈਸੇ ਪ੍ਰਾਪਤ ਕਰਨ ਦੀ ਕੋਸ਼ਿਸ਼ ਦੇ ਤਹਿਤ ਸੋਸ਼ਲ ਮੀਡੀਆ ਦੇ ਦੁਆਰਾ ਵੀ ਇਸ ਨੂੰ ਦੁਆਰਾ ਵੀ ਆਪਣਾ ਜਿਹੜੇ ਵਿਚਾਰ ਹੈਗੇ ਆਪਣੀ ਮੰਗ ਦਰਸਾਈ ਹੈ ਤੇ ਇਸ ਦੇ ਨਾਲ ਉਹ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਜਿਹੜੇ ਸ਼੍ਰੀਲੰਕਾ ਦੇ ਲੋਕ ਹੈ ਉਹਨਾਂ ਤੋਂ ਮਦਦ ਦੀ ਗੁਹਾਰ ਵੀ ਲਗਾ ਰਹੇ ਹਨ ਤੇ ਦੇਸ਼ ਦੇ ਵਿੱਚ ਜਿਹੜੀ ਆਰਥਿਕ ਸੰਕਟ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ। ਤੇ ਇਸ ਤੋਂ ਬਾਅਦ ਹੀ ਸ਼੍ਰੀਲੰਕਾ ਦੀ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਹੈ ਕਿ ਆਪਣੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਮਾਰ ਨਾ ਹੋਵੋ ਤੇ ਅਜਿਹਾ ਕੁਝ ਵੀ ਨਾ ਕਰੋ ਕਿ ਜਿਸ ਨਾਲ ਤੁਹਾਨੂੰ ਇਲਾਜ ਲਈ ਹਸਪੀਟਲ ਜਾਣਾ ਪਵੇ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਅਮਰੀਕਾ ਤੋਂ। ਅਮਰੀਕਾ ਦੇ ਵਿੱਚ ਵੀ ਕਰੋਨਾ ਦੇ ਮਾਮਲੇ ਵੱਧ ਰਹੇ ਹਨ ਤੇ ਇਸ ਤੋਂ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਟੈਕਸਸ ਦੇ ਵਿੱਚ ਜਿਹੜਾ ਮਾਸਕ ਹੈਗਾ ਆ ਉਸ ਨੂੰ ਕੰਪਲਸਰੀ ਕਰ ਦਿੱਤਾ ਜਾਵੇ। ਕੁਝ ਨਿਊਜ਼ ਹੁਣ ਆਪਾਂ ਦੇਖ ਲੈਣੇ ਅੱਜ ਦੇ ਕੁਝ ਦੇਸ਼ਾਂ ਦੇ ਕਰੰਸੀ ਰੇਟ। ਪਹਿਲਾਂ ਆਪਾਂ ਦੇਖ ਲੈਣੇ ਯੂਐਸ ਦੇ ਡਾਲਰ ਦਾ ਰੇਟ ਚੱਲ ਰਿਹਾ ਹੈ 79 ਰੁਪਏ 98 ਪੈਸੇ। ਕੈਨੇਡਾ ਦੇ ਡਾਲਰ ਦਾ ਰੇਟ ਚੱਲ ਰਿਹਾ ਹੈ 60 ਰੁਪਏ 86 ਪੈਸੇ। ਇਸ ਤੋਂ ਬਾਅਦ ਯੂਕੇ ਦੇ ਪਾਉਂਡ ਦਾ ਰੇਟ ਚੱਲ ਰਿਹਾ ਹੈ 94 ਰੁਪਏ 47 ਪੈਸੇ ਤੇ ਯੂਰੋ ਦਾ ਰੇਟ ਚੱਲ ਰਿਹਾ ਹੈ 79 ਰੁਪਏ 74 ਪੈਸੇ। ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਯੂਰੋ ਤੇ ਜਿਹੜੇ ਅਮਰੀਕਨ ਡਾਲਰ ਦਾ ਰੇਟ ਲਗਭਗ ਇੱਕ ਦੂਜੇ ਦੇ ਬਰਾਬਰ ਹੀ ਹੋ ਗਿਆ ਹੈ। ਇਸੇ ਅੱਜ ਦੀਆਂ ਕੁਝ ਖਾਸ ਨਿਊਜ਼ ਦੇ ਕਰੰਸੀ ਰੇਟ। ਇਸ ਦੇ ਨਾਲ ਹੀ ਆਪਾਂ ਵੀਡੀਓ ਖਤਮ ਕਰਦੇ ਹਾਂ। ਜੇ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਿਓ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ।